ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਟੌਪਿਕ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਸ ਤਰ੍ਹਾਂ ਗੁਰਸਿੱਖ ਨੇ ਗੁਰਮਤਿ 'ਚ ਵੀ ਰਹਿਣਾ ਹੈ ਅਤੇ ਕਿਸ ਤਰ੍ਹਾਂ ਅਸੀਂ ਇਹ ਸਾਰੀਆਂ ਸਾਈਟਸ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਇਸ ਸਭ ਦੇ ਵਿੱਚ ਰਹਿੰਦੇ ਹੋਏ ਵੀ ਗੁਰਮਤਿ 'ਚ ਰਹਿ ਸਕਦੇ ਹਾਂ। ਕੁਛ ਬਹੁਤ ਹੀ ਛੋਟੀਆਂ ਗੱਲਾਂ ਨੂੰ ਅਸੀਂ ਉਹਨਾਂ ਦਾ ਧਿਆਨ ਰੱਖ ਕੇ ਕਿਵੇਂ ਉਸ ਵਾਹਿਗੁਰੂ ਦੇ ਨਾਲ ਇੱਕਮਿਕ ਵੀ ਰਹਿ ਸਕਦੇ ਹਾਂ। ਅਤੇ ਇਹ ਸਭ ਜ਼ਰੂਰਤਾਂ ਜਿਹੜੀਆਂ ਛੋਟੀਆਂ ਮੋਟੀਆਂ ਹੈਗੀਆਂ ਨੇ, ਕਿਵੇਂ ਗੁਰਮਤਿ ਦੇ ਵਿੱਚ ਰਹਿੰਦਿਆਂ ਇਸ ਸਭ ਦੇ ਵਿੱਚ ਨਾਲ ਜੀਵਨ ਬਤੀਤ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਅੱਗੇ ਵੀ ਬਹੁਤ ਵਾਰ ਸਾਂਝ ਪਵਾਈ ਕਿ ਪਿਆਰਿਓ, ਜੋ ਵੀ ਅਸੀਂ ਕਰਦੇ ਹਾਂ ਨਾ, ਇੱਕ ਚੀਜ਼ ਉਹ ਜਾਂ ਤੇ ਸਾਡੀ ਸੰਗਤ ਨੂੰ ਬਿਲਡ ਕਰਦੀ ਆ ਜਾਂ ਫਿਰ ਸਾਡੇ ਆਸ-ਪਾਸ ਕੁਸੰਗਤ ਨੂੰ ਬਿਲਡ ਕਰਦੀ ਆ। ਜੇ ਇਹਨਾਂ ਅੱਖਾਂ ਨਾਲ ਬਾਣੀ ਦੇ ਦਰਸ਼ਨ ਕਰੋਗੇ ਹਰ ਵੇਲੇ, ਜੇ ਇਹਨਾਂ ਅੱਖਾਂ ਨਾਲ ਗੁਰਮਤਿ ਦੀ ਸਾਂਝ, ਕਨਵਰਜ਼ੇਸ਼ਨ, ਚੈਟ ਪਾਓਗੇ, ਗੁਰਮਤਿ ਦੀ ਸਾਂਝ ਪਾਓਗੇ, ਤਾਂ ਰੂਹ ਸੰਗਤ ਨੂੰ ਤੁਹਾਡੇ ਆਸ-ਪਾਸ ਬਣਾਏਗੀ। ਅੱਗੇ ਇਸ ਨੂੰ ਖੋਲਾਂਗੇ ਹੋਰ ਕਿ ਕਿੱਦਾਂ ਬਣਾਏਗੀ। ਤੁਸੀਂ ਅਕਸਰ ਦੇਖਦੇ ਹੋ ਕਿ ਸਵੇਰ ਨੂੰ ਬਿਰਤੀ ਬਹੁਤ ਵਧੀਆ ਆ, ਨਾਮ ਜਪ ਰਹੀ ਆ, ਦੁਪਹਿਰ ਨੂੰ ਢਹਿੰਦੀ ਕਲਾ ਆ, ਸ਼ਾਮ ਨੂੰ ਫੇਰ ਠੀਕ ਆ, ਰਾਤ ਨੂੰ ਫੇਰ ਉਹੀ ਹਾਲ। ਬਹੁਤ ਕੁਛ ਕਰਦੇ ਹੋ, ਸਭ ਕੁਛ ਠੀਕ ਆ, ਅੰਮ੍ਰਿਤ ਵੇਲਾ ਜਾਂ ਕਹਿ ਲਓ ਨਿਤਨੇਮ ਠੀਕ ਆ, ਪਰ ਫਿਰ ਵੀ ਅੰਦਰ ਚੜ੍ਹਦੀ ਕਲਾ ਨਹੀਂ ਆ। ਉਹ ਇਸ ਲਈ ਬਾਕੀ ਹਰ ਵੇਲੇ ਇਹ ਕਹਿ ਦੇਣਾ ਕਿ ਇਹ ਗੁਰੂ ਸਾਹਿਬ ਦੀ ਤਰਸ ਆ, ਜੇ ਕਿਰਪਾ ਆ ਤਾਂ ਤਰਸ ਆ, ਜੇ ਨਹੀਂ ਆ ਤਾਂ ਨਹੀਂ ਆ। ਪਰ ਇਸ ਗੱਲ ਨੂੰ ਅਸੀਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ ਇਹਦੇ ਤੋਂ ਕਿ ਗੁਰੂ ਮਿਹਰ ਹਰ ਵੇਲੇ ਵਰਸਾ ਰਿਹਾ ਹੈ, ਹਰ ਵੇਲੇ ਵਰਸਾ ਰਿਹਾ ਹੈ। ਕਿਤੇ ਨਾ ਕਿਤੇ ਅਸੀਂ ਝੋਲੀ ਅੱਡਣੀ ਛੱਡ ਦਿੰਦੇ ਹਾਂ। ਅਤੇ ਕੀ ਕਰੀਏ ਕਿ ਝੋਲੀ ਅੱਡੀ ਰਵੇ, ਹੈ ਨਾ। ਸਾਨੂੰ ਹਮੇਸ਼ਾ ਹੀ ਇਸ ਪਾਸੇ ਸੋਚਣਾ ਚਾਹੀਦਾ ਕਿ ਕਿਵੇਂ ਸਾਡੀ ਝੋਲੀ ਅੱਡੀ ਰਵੇ, ਕਿਵੇਂ ਰੂਹ ਬੇਨਤੀਆਂ ਕਰਦੀ ਰਵੇ, ਕਿਵੇਂ ਰੂਹ ਜਿਹੜੀ ਆ ਵਾਹਿਗੁਰੂ ਦੇ ਰੰਗ 'ਚ ਰੰਗੀ ਰਵੇ। ਅਤੇ ਫਿਰ ਸਾਡੀ ਗਲਤੀ ਕਿੱਥੇ ਹੋ ਰਹੀ, ਸਾਨੂੰ ਇਹ ਦੇਖਣਾ ਪਊਗਾ। ਇਹਨੂੰ ਦੇਖਣ ਲਈ ਕਿਵੇਂ ਇੱਕ ਛੋਟੀ ਤੋਂ ਛੋਟੀ ਸਾਡੀ ਐਕਟੀਵਿਟੀ ਵੀ ਸੰਗਤ ਬਣ ਰਹੀ ਆ, ਕਿਵੇਂ ਇੱਕ ਛੋਟੀ ਤੋਂ ਛੋਟੀ ਐਕਟੀਵਿਟੀ ਜਿਹੜੀ ਹੈ ਸਾਡੀ ਉਹ ਕੁਸੰਗਤ ਬਣ ਰਹੀ ਆ। ਉਹ ਸਾਡੀ ਅੱਡੀ ਹੋਈ ਝੋਲੀ ਕਿਵੇਂ ਹੌਲੀ ਬੰਦ ਹੋ ਰਹੀ ਆ। ਇਹ ਸਭ ਸਾਨੂੰ ਦੇਖਣਾ ਪੈਣਾ, ਨਹੀਂ ਤਾਂ ਫਿਰ ਉਹੀ ਹਾਲ ਰਹੂਗਾ ਕਿ ਸਾਡਾ ਜਿਹੜਾ ਵੇਸ਼ ਆ ਉਹ ਗੁਰਮਤਿ ਵਾਲਾ ਰਹੂਗਾ ਅਤੇ ਅੰਦਰੋਂ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਪਾਵਾਂਗੇ ਕਿ ਅੰਦਰੋਂ ਅਸੀਂ ਖਾਲੀ ਹਾਂ, ਹੈ ਨਾ। ਅਤੇ ਕਿੱਡੀ ਅਜੀਬ ਗੱਲ ਆ ਕਿ ਦੁਨੀਆ ਸਮਝੂਗੀ ਕਿ ਇਹ ਸੁਹਾਗਣ ਆ ਉਸ ਵਾਹਿਗੁਰੂ ਦੀ, ਅਤੇ ਅੰਦਰ ਕੁਛ ਵੀ ਨਹੀਂ, ਅੰਦਰੋਂ ਖਾਲੀ। ਕਿਉਂਕਿ ਅਜੇ ਅੱਖਾਂ ਵਾਲੀ ਸੰਗਤ ਸਮਝ ਨਹੀਂ ਆਈ, ਅਜੇ ਜ਼ੁਬਾਨ ਵਾਲੀ ਸੰਗਤ ਸਮਝ ਨਹੀਂ ਆਈ, ਅਜੇ ਇਹਨਾਂ ਕੰਨਾਂ ਵਾਲੀ ਸੰਗਤ ਸਮਝ ਨਹੀਂ ਆਈ। ਉਹ ਵਾਲੀ ਸੰਗਤ ਤਾਂ ਬਹੁਤ ਆ ਇਹਦੇ ਕੋਲ ਬੜੇ ਹੀ ਪਿਆਰੇ ਨੇ ਜਿਹੜੇ ਇਹਨੂੰ ਚੁੱਕ ਕੇ ਫਤਿਹ ਬੁਲਾਉਂਦੇ ਨੇ, ਜਿਹੜੇ ਸਮਝਦੇ ਨੇ ਕਿ ਇਹ ਬਹੁਤ ਹੀ ਪਿਆਰੀ ਰੂਹ ਆ, ਹੈ ਨਾ। ਪਰ ਅੰਦਰੋਂ ਤਾਂ ਇਹ ਖਾਲੀ ਆ, ਅੰਦਰੋਂ ਤਾਂ ਇਹ ਆਪਣੇ 5 ਵਿਕਾਰਾਂ ਨਾਲ ਲੜ ਰਿਹਾ। ਇਹਨੂੰ ਆਪਣੀ ਅਸਲੀਅਤ ਉਦੋਂ ਪਤਾ ਚੱਲਦੀ ਆ ਜਦੋਂ ਇਹ ਇਕਾਂਤ 'ਚ ਹੁੰਦਾ ਆ। ਇਕਾਂਤ 'ਚ ਇਹਨੂੰ ਮਾਇਆ ਘੇਰ ਲੈਂਦੀ ਆ। ਜਦੋਂ ਵਾਹਿਗੁਰੂ ਦੇ ਪਿਆਰਿਆਂ 'ਚ ਵਿਚਰਦਾ ਆ ਉਦੋਂ ਕਿਰਪਾ ਰਹਿੰਦੀ ਆ, ਜਦੋਂ
ਇਕੱਲਾ ਹੁੰਦਾ, ਇਕਾਂਤ 'ਚ ਹੁੰਦਾ, ਉਦੋਂ ਇਹ ਕੁਸੰਗਤ 'ਚ ਫਸ ਜਾਂਦਾ। ਬਹੁਤ ਪਿਆਰਿਆਂ ਦੀ ਕਹਾਣੀ ਇਹ ਵਾਲੀ ਹੋਊਗੀ। ਅਤੇ ਫਿਰ ਅਸੀਂ ਡਿਸਾਈਡ ਕਰੀਏ ਕਿ ਅਸੀਂ ਸੱਚਮੁੱਚ ਉਸ ਵਾਹਿਗੁਰੂ ਦੇ ਬਣਨਾ ਆ, ਅੰਦਰੋਂ ਬਣਨਾ ਆ, ਜਾਂ ਫਿਰ ਇੱਦਾਂ ਦੇ ਹੀ ਰਹਿਣਾ ਆ, ਹੈ ਨਾ। ਇਸ ਲਈ ਇਹ ਜਿਹੜਾ ਅੱਜ ਦਾ ਟੋਪਿਕ ਆ, ਇਹ ਬਹੁਤ ਸੀਰੀਅਸ ਆ। ਇਹਨੂੰ ਬੜੇ ਹੀ ਧਿਆਨ ਨਾਲ ਤੁਸੀਂ ਸੁਣਨਾ। ਜਿਵੇਂ ਗੁਰੂ ਸਾਹਿਬ ਆਨੰਦ ਸਾਹਿਬ 'ਚ ਵੀ ਬੋਲਦੇ ਆ, ਅਸੀਂ ਰੋਜ਼ ਪੜ੍ਹਦੇ ਹਾਂ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਗਲਤੀ ਕਿੱਥੇ ਹੋ ਰਹੀ ਆ? ਜੇ ਗੁਰੂ ਕਹਿ ਰਿਹਾ ਹੈ ਨਾ, ਤੈਨੂੰ ਤੇਰੀਆਂ ਅੱਖਾਂ 'ਚ ਜੋਤ ਤਾਂ ਦਿੱਤੀ ਆ ਤਾਂ ਕਿ ਤੂੰ ਵਾਹਿਗੁਰੂ ਨੂੰ ਦੇਖ ਸਕੇ, ਵਾਹਿਗੁਰੂ ਦੇ ਇਹਨਾਂ ਰੰਗਾਂ ਨੂੰ ਦੇਖ ਸਕੇ, ਹਰ ਕਿਸੇ 'ਚ ਵਾਹਿਗੁਰੂ ਨੂੰ ਦੇਖ ਸਕੇ। ਤਾਂ ਹੀ ਕਹਿ ਰਹੇ ਕਿ ਪਿਆਰਿਆ, ਹਰ ਬਿਨ ਅਵਰ ਨਾ ਦੇਖੋ ਕੋਈ। ਅਤੇ ਜੇ ਅਸੀਂ ਇਹਨਾਂ ਅੱਖਾਂ ਨੂੰ ਇਹਨਾਂ ਸੋਸ਼ਲ ਸਾਈਟਸ ਦੇ ਉੱਪਰ ਲਗਾ ਦਿੱਤਾ ਅਤੇ ਸਾਨੂੰ ਪਤਾ ਹੀ ਨਹੀਂ ਆ ਕਿ ਸਾਡੇ ਅੱਗੇ ਕੀ ਆਉਣ ਵਾਲਾ ਆ, ਅਤੇ ਉਹੀ ਗੱਲ ਕਿ ਅਸੀਂ ਅੱਗੇ ਤੋਂ ਅੱਗੇ ਸਕਰੋਲ ਕਰੀ ਜਾ ਰਹੇ ਹਾਂ, ਅਤੇ ਸਾਡੇ ਅੰਦਰ ਜਿਹੜੀ ਆ ਉਹ ਦੁਰਮਤ ਅੰਦਰ ਉਹਦਾ ਪ੍ਰਕਾਸ਼ ਹੋਈ ਜਾ ਰਿਹਾ ਅਤੇ ਸਾਨੂੰ ਪਤਾ ਹੀ ਨਹੀਂ। ਆਪਣੀ ਜਿਹੜੀ ਕਮਜ਼ੋਰੀ ਆ ਨਾ, ਕਿ ਫੋਨ ਤੋਂ ਬਿਨਾਂ ਦਿਲ ਨਹੀਂ ਲੱਗਣਾ, ਇੱਦਾਂ ਲੱਗਣਾ ਸਮਥਿੰਗ ਇਜ਼ ਮਿਸਿੰਗ ਵਿਦਆਊਟ ਫੋਨ। ਅਤੇ ਇਹ ਸਭ ਜੇ ਸਾਡੀ ਕਮਜ਼ੋਰੀ ਆ, ਅਤੇ ਇਸੇ ਕਮਜ਼ੋਰੀ ਨੂੰ ਤਾਕਤ ਬਣਾ ਲਓ। ਆਪਣੇ ਫੋਨ ਨੂੰ ਹੀ ਐਸਾ ਬਣਾ ਲਓ ਕਿ ਜਦੋਂ ਵੀ ਤੁਹਾਡੇ ਹੱਥ 'ਚ ਹੋਵੇ, ਤੁਹਾਡੀ ਰੂਹ ਹੋਰ ਵਾਹਿਗੁਰੂ ਨਾਲ ਜੁੜ ਜਾਏ, ਹੋਰ ਵਾਹਿਗੁਰੂ ਨਾਲ ਜੁੜ ਜਾਏ। ਹੁਣ ਜਦੋਂ ਉਹ ਵੇਲੇ ਸੀਗੇ ਜਦੋਂ ਇਹ ਦਾਸ ਦੀ ਰੂਹ ਜਿਹੜੀ ਆ ਉਹ ਗਲਤ ਪਾਸੇ ਸੀਗੀ, ਉਹਨਾਂ ਦਾ ਕਾਰਨ ਵੀ ਸੋਸ਼ਲ ਸਾਈਟਸ ਹੀ ਸੀਗੀਆਂ। ਅਤੇ ਜਦੋਂ ਹੁਣ ਗੁਰੂ ਸਾਹਿਬ ਦੀ ਕਿਰਪਾ ਆ, ਉਹਦਾ ਕਾਰਨ ਵੀ ਸੋਸ਼ਲ ਸਾਈਟਸ ਹੀ ਨੇ, ਕਿਉਂਕਿ ਰੂਹ ਨੇ ਉਹਨਾਂ ਪਿਆਰਿਆਂ ਨੂੰ ਲੱਭਿਆ ਇੱਥੇ ਜਿਹੜੇ ਉਸ ਵਾਹਿਗੁਰੂ ਦਾ ਗੁਣ ਗਾਉਂਦੇ ਸੀ, ਜਿਨ੍ਹਾਂ ਨੇ ਸਿਖਾਇਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਸੰਗਤ 'ਚ ਰਹਿਣਾ ਸਿਖਾਇਆ। ਇਹ ਸਭ ਕਿਵੇਂ ਹੋਇਆ? ਸੋਸ਼ਲ ਸਾਈਟਸ ਦੇ ਰਾਹੀਂ ਹੋਇਆ। ਉਹ ਗੁਰਮਤਿ ਵਿਚਾਰਾਂ, ਉਹ ਪਿਆਰੇ, ਉਹ ਪਿਆਰੀਆਂ ਸੰਗਤਾਂ, ਇਹ ਸਾਰੀਆਂ ਇੰਸਟਾਗ੍ਰਾਮ 'ਤੇ ਮਿਲੀਆਂ। ਫਿਰ ਇਹਨੂੰ ਅਸੀਂ ਬੁਰਾ ਕਿਵੇਂ ਕਵਾਂਗੇ? ਹੈ ਹੀ ਨਹੀਂ ਬੁਰਾ। ਉਹ ਵੀ ਵੇਲੇ ਸੀਗੇ, ਪਹਿਲਾਂ ਵੀ ਗੁਰੂ ਸਾਹਿਬ ਨੇ ਕਹਿਲਵਾਇਆ ਕਿ ਇਹ ਤੁਹਾਨੂੰ ਪਤਾ ਹੀ ਆ, ਇੰਸਟਾਗ੍ਰਾਮ 'ਤੇ ਜਿਹੜਾ ਵਿਛੜੀ ਰੂਹ ਪੇਜ ਆ, ਉਹਦਾ ਨਾਮ ਪਹਿਲਾਂ ਕੁਛ ਹੋਰ ਸੀਗਾ, ਅਤੇ ਉਹ ਚੁਟਕਲਿਆਂ ਵਾਲਾ ਪੇਜ ਸੀਗਾ। ਸਾਰਾ ਦਿਨ ਬਸ ਇੱਦਾਂ ਹੀ ਕੁਛ ਹੋਰ ਖੋਜਦੇ ਰਹਿਣਾ, ਜਿਹੜਾ ਐਵੇਂ ਫਾਲਤੂ ਦੀਆਂ ਗੱਲਾਂ, ਹਸਾਉਣ ਵਾਲੀਆਂ। ਅਤੇ ਫਿਰ ਆਪਣਾ ਪੇਜ ਵੀ ਉਸੇ ਤੋਂ ਹੀ ਬਣਾਇਆ। ਪਰ ਜਦੋਂ ਗੁਰੂ ਸਾਹਿਬ ਨੇ ਸੋਝੀ ਬਖਸ਼ੀ, ਸੰਗਤ ਬਖਸ਼ੀ, ਤਾਂ ਫਿਰ ਇੱਕਦਮ ਪਲਟਾ ਵੱਜ ਗਿਆ। ਫਿਰ ਉਸ ਪੇਜ ਦਾ ਨਾਮ ਵਿਛੜੀ ਰੂਹ ਰੱਖਿਆ। ਫਿਰ ਸਭ ਕੁਛ ਅੰਦਰੋਂ ਸਫਾਈ ਕੀਤੀ, ਉਹਦੀ ਸਭ ਕੁਛ ਡਿਲੀਟ ਕਰਕੇ ਪੇਜ ਵੀ ਗੁਰਮਤਿ 'ਚ ਆ ਗਿਆ, ਇਹ ਰੂਹ ਵੀ ਗੁਰਮਤਿ 'ਚ ਆ ਗਈ। ਇਸ ਸਭ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਆ। ਸੋ ਤੁਸੀਂ ਮੇਰਾ ਅਕਾਊਂਟ ਦੇਖ ਲਓ ਕਿ ਕਿਸ ਵੇ 'ਚ ਚੱਲ ਰਿਹਾ। ਜਿਵੇਂ ਤੁਸੀਂ ਦੇਖੋਗੇ, ਤੁਸੀਂ ਨਾ ਇੱਕ ਕੰਮ ਕਰਿਆ ਕਰੋ, ਕੋਈ ਵੀ ਤੁਹਾਡਾ ਰਿਸ਼ਤੇਦਾਰ ਆ,
ਸੱਜਣਿਆ ਮਿੱਤਰਿਆ, ਕਿੱਡਾ ਵੀ ਕੋਈ ਪਿਆਰਾ ਆ ਤੁਹਾਨੂੰ, ਜੇਕਰ ਉਹਦੇ ਅੰਦਰ ਗੁਰਮਤ ਦੀ ਗੱਲ ਨਹੀਂ ਆ ਨਾ, ਤੇ ਉਹਨੂੰ ਫੋਲੋ ਨਾ ਕਰੋ। ਇਹਦਾ ਰੀਜ਼ਨ ਆ, ਪਹਿਲਾਂ ਆਪਣੇ ਆਪ ਨੂੰ ਸਮਝਾਓ ਕਿ ਤੁਸੀਂ ਸੋਸ਼ਲ ਸਾਈਟਸ 'ਤੇ ਕਿਉਂ ਸੋਸ਼ਲ ਸਾਈਟਸ 'ਤੇ ਸੰਗਤ ਕਰਨ ਆਏ ਹੋ, ਤਾਂ ਫਿਰ ਸੰਗਤ 'ਚ ਰਹਿਣਾ। ਕਿਸੇ ਵੀ ਉਸ ਰੂਹ ਨੂੰ ਫੋਲੋ ਨਹੀਂ ਕਰਨਾ ਜਿਸ ਦਾ ਪੋਸਟ, ਜਿਸ ਦੀ ਪ੍ਰੋਫਾਈਲ ਦਾ ਮਟੀਰੀਅਲ ਗੁਰਮਤ 'ਚ ਨਹੀਂ ਆ। ਜਿਹੜਾ ਗੁਰੂ ਦੀ ਗੱਲ ਨਹੀਂ ਕਰ ਰਿਹਾ, ਤੁਸੀਂ ਉਹਨੂੰ ਫੋਲੋ ਨਹੀਂ ਕਰਨਾ। ਚਾਹੇ ਕੋਈ ਤੁਹਾਨੂੰ ਫੋਲੋ ਕਰੇ ਨਾ ਕਰੇ, ਤੁਹਾਡੀ ਪੋਸਟ ਲਾਈਕ ਕਰੇ ਨਾ ਕਰੇ, ਕੋਈ ਮਤਲਬ ਨਹੀਂ। ਤੁਸੀਂ ਆਪਣੇ ਕਾਰ ਵਿਹਾਰ 'ਚ ਸਭ ਠੀਕ ਹੋ, ਵਧੀਆ ਵਿਚਰ ਰਹੇ ਹੋ ਸੰਸਾਰ 'ਚ, ਪਰ ਇਹ ਸੋਸ਼ਲ ਸਾਈਟਸ ਦੇ ਉੱਪਰ ਕੰਪਰੋਮਾਈਜ਼ ਨਾ ਕਰੋ। ਕੋਈ ਤੁਹਾਨੂੰ ਉੱਥੇ ਮੈਸੇਜ ਕਰੇ ਨਾ ਕਰੇ, ਬੁਲਾਵੇ ਨਾ ਬੁਲਾਵੇ, ਇਹ ਗੱਲ ਕਲੀਅਰ ਰੱਖ ਲਓ ਕਿ ਤੁਸੀਂ ਉਹਨੂੰ ਫੋਲੋ ਨਹੀਂ ਕਰਨਾ ਜਿਹੜਾ ਗੁਰਮਤ 'ਚ ਨਹੀਂ, ਜਿਹਦਾ ਮਟੀਰੀਅਲ ਜੋ ਉਹ ਪਾਉਂਦਾ ਹੈ, ਜੋ ਪੋਸਟ ਕਰ ਰਿਹਾ, ਉਹ ਜੇ ਗੁਰਮਤ 'ਚ ਨਹੀਂ, ਉਹਨੂੰ ਕਦੇ ਵੀ ਫੋਲੋ ਨਹੀਂ ਕਰਨਾ, ਕਦੇ ਵੀ ਨਹੀਂ ਕਰਨਾ। ਇਹਦੇ ਨਾਲ ਕੀ ਹੋਊਗਾ, ਜਿਵੇਂ ਇੰਸਟਾਗ੍ਰਾਮ ਦੇ ਵਿੱਚ ਨਿਊਜ਼ ਫੀਡ ਆ, ਉਹਦੇ ਵਿੱਚ ਤੁਹਾਡਾ ਹੱਥ ਜੇ ਉੱਧਰ ਨੂੰ ਜਾਊਗਾ ਨਾ, ਹੋਮ ਪੇਜ 'ਤੇ ਨਿਊਜ਼ ਫੀਡ ਵੱਲ, ਤਾਂ ਤੁਸੀਂ ਦੇਖਣਾ ਹਰ ਪੋਸਟ 'ਚ ਗੁਰੂ ਦੀ ਗੱਲ ਹੋ ਰਹੀ, ਹਰ ਪੋਸਟ 'ਚ ਗੁਰੂ ਦੀ ਗੱਲ ਹੋ ਰਹੀ, ਅਤੇ ਤੁਹਾਨੂੰ ਸਭ 'ਤੇ ਯਕੀਨ ਆ ਕਿ ਹਾਂ, ਜੇ ਮੈਂ ਇਹਨੂੰ ਫੋਲੋ ਕੀਤਾ ਅਤੇ ਇਹਨੇ ਗੁਰੂ ਦੀ ਗੱਲ ਹੀ ਕਰਨੀ ਆ, ਹੋਰ ਕੋਈ ਗੱਲ ਨਹੀਂ ਕਰਨੀ। ਸੋ ਇਹਦੇ ਨਾਲ ਕੀ ਹੋਊਗਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਵੇਂ ਤੁਸੀਂ ਸੰਗਤ ਦੀ ਸਿਰਜਣਾ ਕਰ ਰਹੇ ਹੋ ਆਸ-ਪਾਸ। ਸਭ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਨੀ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਾ ਹੈ। ਉਸ ਤੋਂ ਬਾਅਦ ਇਹ ਪ੍ਰਣ ਕਰਨਾ ਹੈ ਕਿ ਇਹ ਮੇਰੀਆਂ ਉਂਗਲਾਂ ਉਸ ਸਟੈਪ ਵੱਲ ਜਾਣ ਹੀ ਨਾ, ਉਸ ਲਿੰਕ ਵੱਲ ਜਾਣ ਹੀ ਨਾ ਜਿੱਥੇ ਗੁਰਮਤ ਨਹੀਂ ਆ। ਗੁਰੂ ਸਾਹਿਬ ਨਾਲ ਇਹ ਪ੍ਰਣ ਕੀਤਾ ਸੀਗਾ ਕਿ ਵਾਹਿਗੁਰੂ ਜੀ, ਮੈਂ ਇੱਥੇ ਤਾਂ ਆ ਕਿਉਂਕਿ ਤੁਹਾਡੇ ਪਿਆਰੇ ਨੇ ਇੱਥੇ। ਫਿਰ ਉਹਨਾਂ ਨਾਲ ਗੱਲਬਾਤ ਦੇ ਵਿੱਚ ਵੀ ਅਸੀਂ ਕਈ ਵਾਰੀ ਧੋਖਾ ਖਾ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ ਕੌਣ ਗੁਰੂ ਦਾ ਪਿਆਰਾ ਆ ਅਤੇ ਕੌਣ ਇੱਥੇ ਇੱਕ ਦੂਸਰੇ ਦਾ ਫਾਇਦਾ ਚੁੱਕਣ ਆਇਆ, ਹੈ ਨਾ। ਬਹੁਤ ਵਾਰ ਅਸੀਂ ਦੇਖਦੇ ਹਾਂ ਜੀਵਨ ਐਸੇ ਡਿੱਗੇ ਜਿਹੜੇ ਸਿਰਫ ਸ਼ੁਰੂਆਤ ਚੈਟ ਤੋਂ ਹੋਈ ਅਤੇ ਉਹਦਾ ਅੰਤ ਨਿਤਨੇਮ ਖੋਣ ਤੱਕ ਗਿਆ। ਉਹਦਾ ਅੰਤ ਅੰਦਰੋਂ ਗੁਰਮਤ ਨੂੰ ਬਾਹਰ ਖਿੱਚ ਲਿਆ, ਜਿਹਨੇ ਸਭ ਕੁਛ ਲੁੱਟ ਲਿਆ ਮਾਇਆ ਨੇ। ਅਤੇ ਗਲਤੀ ਕੀ, ਸਿਰਫ ਇੱਕ ਛੋਟੀ ਜਿਹੀ ਗੱਲ ਨਹੀਂ ਮੰਨੀ, ਅਤੇ ਉਹ ਆ ਕਿਸੇ ਨਾਲ ਵੀ ਫਾਲਤੂ ਵਿਚਾਰ ਨਹੀਂ ਕਰਨੀ। ਇਹਦਾ ਨਾ ਇੱਕ ਤੁਹਾਨੂੰ ਥੋੜ੍ਹਾ ਅਜੀਬ ਲੱਗੂਗਾ, ਪਰ ਇਹ ਸੱਚਾ ਜੇ, ਇਹਨੂੰ ਮੰਨ ਲੈਣਾ। ਤੁਸੀਂ ਬਹੁਤ ਹੱਦ ਤੱਕ ਅਣਹੋਣੀ ਨੂੰ ਟਾਲ ਦਿਓਗੇ ਜੇ ਇੱਦਾਂ ਕਰੋਗੇ। ਤਾਂ ਜੇ ਤੁਹਾਡਾ ਮਨੋਰਥ ਇਹ ਆ ਕਿ ਮੈਂ ਇੰਸਟਾਗ੍ਰਾਮ 'ਤੇ ਤਾਂ ਆ ਕਿਉਂਕਿ ਇੱਥੇ ਬਹੁਤ ਸੰਗਤ ਆ, ਪਿਆਰੀ ਸੰਗਤ ਆ, ਮੈਨੂੰ ਬਹੁਤ ਕੁਛ ਮਿਲੂਗਾ, ਅਤੇ ਫਿਰ ਇੱਕ ਰੂਲ ਸਦਾ ਲਈ ਆਪਣੇ ਪੱਲੇ ਬੰਨ੍ਹ ਲਓ, ਚਾਹੇ ਉਹ ਵੀਰ ਆ ਚਾਹੇ ਉਹ ਭੈਣ ਆ। ਕਦੇ ਵੀ ਜੇ ਕੋਈ ਵੀਰ ਆ ਅਤੇ ਉਹਨੇ ਭੈਣ ਕਹਿਣ ਤੋਂ ਬਜਾਏ ਕੋਈ ਹੋਰ ਰਿਸ਼ਤਾ ਨਹੀਂ ਰੱਖਣਾ, ਜੇ ਆਪਣੀ ਰੂਹ ਨੂੰ ਪਾਕ ਰੱਖਣਾ ਹੈ ਨਾ, ਅਤੇ ਇਹ ਨੀਂਹ ਬੰਨ੍ਹ ਲਓ ਆਪਣੇ ਮਨ ਦੇ ਵਿੱਚ।
ਜੇ ਕੋਈ ਭੈਣ ਆ ਤਾਂ ਵੀਰ ਜੀ ਕਹਿਣ ਤੋਂ ਬਗੈਰ ਗੱਲ ਨਹੀਂ ਕਰਨੀ। ਫਸਟ ਮੈਸੇਜ ਜਿਹੜਾ ਆ ਉਹ ਤੁਸੀਂ ਦੇਖ ਲੈਣਾ। ਜੇ ਭੈਣ ਦਾ ਆਇਆ ਤਾਂ ਭੈਣ ਜੀ ਕਹਿ ਦੇਣਾ, ਵੀਰ ਦਾ ਆਇਆ ਤੇ ਉਸ ਭੈਣ ਨੇ ਵੀਰ ਜੀ ਕਹਿ ਦੇਣਾ। 99% ਤੁਹਾਡਾ ਹੱਲ ਇੱਥੇ ਹੋ ਜਾਣਾ। ਪਰ ਇਹ ਜਿਹੜਾ 1% ਹੈ ਨਾ, ਮਾफ़ ਕਰਿਓ, ਇਹ ਇਹਦੇ 'ਚ ਵੀ ਜੇ ਕਈਆਂ ਦੀ ਸ਼ੁਰੂਆਤ ਇਸ ਤੋਂ ਹੁੰਦੀ, ਵੀਰ ਜੀ ਭੈਣ ਜੀ, ਪਰ ਬਾਅਦ ਦੇ ਵਿੱਚ ਬਹੁਤ ਕੁਛ ਬਦਲ ਜਾਂਦਾ। ਗਲਤੀ ਫਿਰ ਉੱਥੇ ਹੀ ਹੁੰਦੀ ਕਿ ਅਸੀਂ ਬਹੁਤ ਜ਼ਿਆਦਾ ਵਾਰਤਾਲਾਪ ਕਰਦੇ ਹਾਂ, ਇੰਨੀ ਜ਼ਿਆਦਾ ਕਰਦੇ ਹਾਂ ਕਿ ਹੌਲੀ 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 ਗੁਰਮਤ ਪਾਸੇ ਹੁੰਦੀ ਜਾਂਦੀ ਆ ਅਤੇ ਸਿਰਫ ਗੱਲਾਂ ਰਹਿ ਜਾਂਦੀਆਂ। ਸਿਰਫ ਗੱਲਾਂ, ਹਾਸੇ ਤਮਾਸ਼ੇ, ਇੱਕ ਦੂਸਰੇ ਦਾ ਰਹਿਣ ਸਹਿਣ ਸ਼ੇਅਰ ਕਰਨਾ, ਬਸ ਇਹੀ ਰਹਿ ਜਾਂਦਾ, ਹੋਰ ਕੁਛ ਵੀ ਨਹੀਂ ਬਚਦਾ, ਨਹੀਂ ਕੁਛ। ਸ਼ੁਰੂਆਤ ਤਾਂ ਹੋਊਗੀ, ਹਾਂਜੀ ਅੰਮ੍ਰਿਤ ਵੇਲਾ ਕਿਵੇਂ ਆ, ਫਤਿਹ ਬੁਲਾਉਣਗੇ, ਪਰ ਦੇਖਦੇ 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 ਕਿਵੇਂ ਇਹ ਮਾਇਆ ਘਰ ਕਰ ਲੈਂਦੀ ਆ, ਫਿਰ ਸਿੱਧਾ ਜੀਵਨ ਡਿੱਗਣ ਦੀ ਕਗਾਰ 'ਤੇ ਆਉਂਦੀ ਹੈ ਜ਼ਿੰਦਗੀ। ਸੋ ਆਪਣਾ ਧਿਆਨ ਰੱਖੋ। ਫਿਰ ਦੂਸਰੀ ਗੱਲ, ਸਾਨੂੰ ਸਮਝ ਕਿਵੇਂ ਆਵੇ ਕਿ ਬਹਿਰੂਪੀਆ ਕੌਣ ਹੈ ਅਤੇ ਗੁਰੂ ਵਾਲਾ ਕੌਣ ਹੈ, ਕਿਵੇਂ ਸਮਝ ਆਵੇ। ਜਿਹੜੀ ਸੱਚ ਦੀ ਸੰਗਤ ਹੈ ਨਾ, ਉਹਨੂੰ ਕੋਈ ਬਹੁਤ ਜ਼ਿਆਦਾ ਇਹ ਨਹੀਂ ਆ ਕਿ ਹਾਂ ਬਹੁਤ ਜ਼ਿਆਦਾ ਇਨਵੋਲਵ ਨਹੀਂ ਹੋਣਾ ਉਹਨੇ, ਕਦੀ ਵੀ ਨਹੀਂ ਹੋਣਾ। ਬਹੁਤ ਜ਼ਿਆਦਾ ਕੁਛ ਵੀ ਨਹੀਂ ਹੋਣਾ ਉਹਦੇ 'ਚ ਸਿਵਾਏ ਗੁਰਮਤ ਤੋਂ। ਹਰ ਚੀਜ਼ ਗੁਰਮਤ 'ਚ ਆ, ਲਿਮਿਟ 'ਚ ਆ। ਅਤੇ ਹਰ ਉਹ ਸੰਗਤ ਜਿਸ ਨਾਲ ਗੱਲ ਕਰਕੇ ਤੁਹਾਡੀ ਰੂਹ ਨਿਤਨੇਮ ਵਧਾ ਰਹੀ ਆ, ਤੁਹਾਡੀ ਰੂਹ ਹੋਰ ਵਧੀਆ ਤਰ੍ਹਾਂ ਸਿਮਰਨ ਕਰ ਪਾ ਰਹੀ ਆ, ਉਹਦਾ ਨਜ਼ਰੀਆ ਚੇਂਜ ਹੋ ਰਿਹਾ, ਤਾਂ ਉਹ ਤੁਹਾਡੀ ਸਹੀ ਸੰਗਤ ਆ। ਪਰ ਜੇ ਸਿਰਫ ਤੁਹਾਨੂੰ ਕਿਸੇ ਨਾਲ ਗੱਲ ਕਰਨਾ ਹੀ ਵਧੀਆ ਲੱਗਦਾ, ਗੱਲ ਕਰਕੇ ਸਿਰਫ ਸਕੂਨ ਮਿਲ ਰਿਹਾ, ਬਾਕੀ ਕੁਛ ਨਹੀਂ ਆ, ਕੋਈ ਨਿਤਨੇਮ 'ਚ ਵਾਧਾ ਨਹੀਂ ਹੋ ਰਿਹਾ, ਕੋਈ ਤੁਹਾਨੂੰ ਨਵਾਂ ਸਿੱਖਣ ਨੂੰ ਨਹੀਂ ਮਿਲ ਰਿਹਾ, ਸਿਵਾਏ ਹਾਸੇ ਮਜ਼ਾਕ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ, ਤਾਂ ਫਿਰ ਤੁਸੀਂ ਬਹੁਤ ਵੱਡੀ ਗਲਤੀ 'ਚ ਹੋ। ਇਹ ਇੱਕ ਦਿਨ ਬਰਬਾਦ ਕਰੋਗੇ। ਸੋ ਕਿਸੇ ਨਾਲ ਵੀ ਗੱਲ ਕਰਨੀ ਆ, ਟੂ ਦਾ ਪੁਆਇੰਟ ਗੱਲ ਕਰੋ। ਕੁਛ ਨਹੀਂ ਸਮਝ ਆ ਰਿਹਾ, ਕੋਈ ਤੁਕ ਨਹੀਂ ਸਮਝ ਆ ਰਹੀ, ਕੁਛ ਵੀ ਆ, ਸਿਰਫ ਇੱਥੋਂ ਤੱਕ ਰੱਖੋ। ਇੱਥੋਂ ਤੱਕ ਰੱਖੋ ਕਿ ਸਾਡੀ ਮੰਜ਼ਿਲ ਗੁਰੂ ਰਵੇ, ਸਾਡੀ ਮੰਜ਼ਿਲ ਗੁਰੂ ਰਵੇ। ਜੇ ਮੰਜ਼ਿਲ ਗੁਰੂ ਨਹੀਂ ਹੋਊਗੀ ਨਾ, ਮੰਨ ਲਓ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੇ ਹੋ, ਹੈ ਨਾ, ਮੰਜ਼ਿਲ ਜਲੰਧਰ ਆ, ਅਤੇ ਰਸਤੇ 'ਚ ਹੀ ਕੋਈ ਤੁਹਾਨੂੰ ਮੁਸਾਫਿਰ ਟੱਕਰ ਗਿਆ, ਉਹਦੇ ਨਾਲ ਤੁਸੀਂ ਆਪਣੀ ਸਾਂਝ ਪਾ ਲਈ, ਅਤੇ ਜੇ ਉਹ ਰਸਤੇ 'ਚ ਉਤਰਿਆ ਤਾਂ ਤੁਸੀਂ ਵੀ ਉਤਰ ਗਏ, ਹੈ ਨਾ। ਹੋਇਆ ਕਿ ਆਪਣੀ ਮੰਜ਼ਿਲ ਤੋਂ ਹਟ ਗਏ। ਆਪਣੀ ਰੂਹ ਨੂੰ ਸਿਰਫ ਵਾਹਿਗੁਰੂ ਲਈ ਰੱਖੋ, ਸਿਰਫ ਵਾਹਿਗੁਰੂ ਲਈ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿ ਇਹ ਪ੍ਰੇਮ ਦੀ ਖੇਡ ਉਸ ਵਾਹਿਗੁਰੂ ਤੋਂ ਬਿਨਾਂ ਕਿਸੇ ਨਾਲ ਨਹੀਂ ਖੇਡੂੰਗੀ। ਇਹ ਪ੍ਰਣ ਕਰ ਲਓ। ਅਤੇ ਤਲਵਾਰਾਂ ਜਿਹੜੀਆਂ ਨਾ, ਉਹਨਾਂ ਦੀ ਇੱਕ ਹੀ ਮਿਆਨ ਹੁੰਦੀ ਆ, ਦੋ ਨਹੀਂ, ਇੱਕ 'ਚ ਇੱਕ ਹੀ ਪੈਣੀ ਆ। ਆਪਣੀ ਰੂਹ ਨੂੰ ਸਦਾ ਹੀ ਵਾਹਿਗੁਰੂ ਲਈ ਰਿਜ਼ਰਵ ਰੱਖ ਦਿਓ। ਇੰਨੀ ਕਿਰਪਾ ਵਰਤੂਗੀ ਕਿ ਤੁਸੀਂ ਪਛਾਣ ਹੀ ਨਹੀਂ ਪਾਉਣਾ ਕਿ ਇਹ ਮੈਂ ਆ, ਪਤਾ ਹੀ ਨਹੀਂ ਲੱਗਣਾ ਹੋ ਕੀ ਗਿਆ।
ਦਿਨ ਰਾਤ ਜੇ ਤੁਸੀਂ ਇਹੀ ਕਰਦੇ ਰਹੋਗੇ। ਹਾਂਜੀ ਹੁਣ ਮੈਂ ਉੱਠ ਗਈ, ਪਾਣੀ ਪੀ ਲਿਆ, ਹੁਣ ਮੈਂ ਬੈੱਡ 'ਤੇ ਹਾਂ, ਹੁਣ ਮੈਂ ਫਲਾਣਾ ਆ, ਹੁਣ ਮੈਂ ਇੱਦਾਂ ਆ, ਇਹ ਨਾ ਤੁਹਾਨੂੰ ਨਰਕ ਵੱਲ ਲੈ ਕੇ ਜਾਊਗੀ, ਜੀਂਦਿਆਂ ਜਾਗਦਿਆਂ ਵਾਲੇ ਨਰਕ 'ਚ। ਫਿਰ ਪਛਤਾਉਂਦੀ ਹੈ ਰੂਹ, ਫਸ ਜਾਂਦੀ ਹੈ। ਹੋਣਾ ਤੇ ਇਹ ਚਾਹੀਦਾ ਕਿ ਕੋਈ ਵੀ ਤੁਹਾਨੂੰ ਮਿਲੇ, ਕੋਈ ਵੀ ਪਿਆਰਾ, ਕੋਈ ਵੀਰ ਭੈਣ, ਕੋਈ ਵੀ ਕਿਸੇ ਵੀ ਤਰ੍ਹਾਂ ਦਾ, ਬੁਰੇ ਤੋਂ ਬੁਰਾ, ਚੰਗੇ ਤੋਂ ਚੰਗਾ, ਕੋਈ ਵੀ ਤੁਹਾਨੂੰ ਮਿਲੇ ਅਤੇ ਉਹ ਜਦੋਂ ਤੁਹਾਡਾ ਚਿਹਰਾ, ਤੁਹਾਡੀ ਸ਼ਖਸੀਅਤ ਉਹਦੇ ਸਾਹਮਣੇ ਆਵੇ ਨਾ, ਕਹਿ ਲਓ ਕਿ ਜਦੋਂ ਕੁਛ ਵੀ ਤੁਹਾਡਾ ਉਹਦੇ ਦਿਮਾਗ 'ਚ ਆਵੇ ਅਤੇ ਇੱਕਦਮ ਉਹ ਸਭ ਕੁਝ ਛੱਡ ਕੇ ਅਤੇ ਗੁਰੂ ਜਪਣ ਲੱਗ ਜਾਏ, ਉਹਨੂੰ ਚੇਤਾ ਆ ਜਾਵੇ, ਤੁਹਾਡੀ ਸੁਰਤ ਨੂੰ ਚੇਤਾ ਕਰਦਿਆਂ ਹੀ ਉਹਨੂੰ ਚੇਤਾ ਆ ਜਾਵੇ ਕਿ ਮੈਂ ਤਾਂ ਸਿਮਰਨ ਕਰਨਾ ਆ। ਅਤੇ ਜੇ ਉਹਨੂੰ ਤੁਹਾਡੀ ਸ਼ਖਸੀਅਤ ਜਾਂ ਤੁਹਾਡਾ ਚਿਹਰਾ ਚੇਤਾ ਆਉਣ 'ਤੇ ਇਹ ਮਹਿਸੂਸ ਹੋਵੇ ਕਿ ਮੈਂ ਗਿਲਟੀ ਹਾਂ, ਜਾਂ ਤੁਹਾਡੇ ਨਾਲ ਕੋਈ ਜੁੜ ਰਿਹਾ ਹੈ, ਜਾਂ ਉਹਨੂੰ ਆਜ਼ਾਦੀ ਮਹਿਸੂਸ ਨਹੀਂ ਹੋ ਰਹੀ, ਜਾਂ ਉਹਨੂੰ ਵਿਕਾਰ ਮਹਿਸੂਸ ਹੋ ਰਿਹਾ, ਉਹ ਵਾਹਿਗੁਰੂ ਨਾਲ ਨਹੀਂ ਜੁੜ ਰਹੀ, ਉਹ ਤੁਹਾਡੇ ਨਾਲ ਜੁੜ ਰਹੀ ਆ, ਅਤੇ ਫਿਰ ਇਸ ਤੋਂ ਵੱਡਾ ਗੁਨਾਹ ਕੋਈ ਹੋਰ ਨਹੀਂ। ਇਸ ਲਈ ਆਪਣੇ ਆਪ ਨੂੰ ਪਛਾਣੋ, ਸੋਸ਼ਲ ਸਾਈਟਸ 'ਤੇ ਕਿਵੇਂ ਰਹਿਣਾ ਆ ਉਸ ਬਾਰੇ ਸੋਚੋ। ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਮੈਂ ਸਿਰਫ ਜੇ ਕਿਸੇ ਦੀ ਸੰਗਤ ਕਰਨੀ ਆ, ਨਿਊਜ਼ ਫੀਡ ਦੇ ਵਿੱਚ ਉਹੀ ਪੋਸਟਾਂ, ਉਹੀ ਮਟੀਰੀਅਲ ਹੋਵੇ ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦਾ, ਅਤੇ ਇਨਬੋਕਸ ਦੇ ਵਿੱਚ ਵੀ ਕਨਵਰਸੇਸ਼ਨ ਸਿਰਫ ਉਹਨਾਂ ਨਾਲ ਹੋਵੇ, ਉਹ ਵੀ ਲਿਮਿਟਿਡ, ਉਹ ਵੀ ਸਿਰਫ ਗੁਰੂ ਲਈ, ਗੁਰਮਤ ਲਈ। ਅਤੇ ਕਿਸੇ ਵੀ ਉਸ ਓਪਸ਼ਨ 'ਤੇ ਇਹ ਤੁਹਾਡੀਆਂ ਫਿੰਗਰਸ ਨਾ ਜਾਣ ਜਿੱਥੇ ਐਵੇਂ ਹੀ ਕਿਸੇ ਨੇ ਕੁਛ ਪਾਇਆ ਆ, ਕੋਈ ਕਿਸੇ ਨਾਲ ਲੜ ਰਿਹਾ ਆ, ਕੋਈ ਜਿਹਦੇ ਵਿੱਚ ਕਿਸੇ ਦੇ ਰੂਪ ਦੀ ਉਸਤਤ ਹੋ ਰਹੀ ਆ, ਜਿਹਦੇ ਵਿੱਚ ਕਿਸੇ ਦੇ ਹੰਕਾਰ ਦੀ ਉਸਤਤ ਹੋ ਰਹੀ ਆ ਕਿ ਮੈਂ ਇੱਦਾਂ ਆ, ਮੈਂ ਉੱਦਾਂ ਆ, ਕਿਤੇ ਕੋਈ ਸੌਂਗ ਚੱਲ ਰਿਹਾ, ਕਿਤੇ ਕੁਛ ਚੱਲ ਰਿਹਾ। ਜੇ ਤੁਸੀਂ ਇਹ ਸਭ ਦੇਖਦੇ ਜਾਓਗੇ ਫਿਰ ਤੁਸੀਂ ਉਸ ਹੁਕਮ ਤੋਂ ਵਾਂਝੇ ਰਹਿ ਜਾਓਗੇ, ਪੁਗਾਉਣਾ, ਉਸ ਹੁਕਮ ਨੂੰ ਪੁਗਾਉਣ ਤੋਂ ਵਾਂਝੇ ਰਹਿ ਜਾਓਗੇ ਜਿਹੜਾ ਤੁਸੀਂ ਰੋਜ਼ ਪੜ੍ਹਦੇ ਹੋ ਕਿ ਹਰ ਬਿਨ ਐਵਰ ਨਾ ਦੇਖੋ ਕੋਈ। ਫਿਰ ਕੀ ਹੋਊਗਾ? ਫਿਰ ਰੂਹ ਕੰਪਲੇਂਟਸ ਸ਼ੁਰੂ ਕਰਦੀ ਆ ਕਿ ਮੇਰਾ ਅੰਮ੍ਰਿਤ ਵੇਲਾ ਨਹੀਂ ਆ, ਕਿਉਂ ਨਹੀਂ ਆ, ਕਦੀ ਸੋਚਿਆ ਕਿਉਂ ਆਨੰਦ ਨਹੀਂ ਆ, ਕਿਉਂ ਇਹ ਗੁੰਝਲਾਂ ਪਈਆਂ ਨੇ? ਇਹਦਾ ਕਾਰਨ ਇਹੀ ਆ, you have to be connected all the times, then only you can get ਅੰਮ੍ਰਿਤ ਵੇਲਾ। ਜੇ ਤੁਸੀਂ ਸਾਰਾ ਦਿਨ ਵਾਹਿਗੁਰੂ ਦੀ ਯਾਦ 'ਚ ਕੱਢਿਆ ਆ ਅਤੇ ਸੌਣ ਦੇ ਸਮੇਂ ਵੀ ਤੁਸੀਂ ਵਾਹਿਗੁਰੂ ਨਾਲ ਇੱਕਮਿਕ ਹੋ ਅਤੇ 100% ਤੁਸੀਂ ਅੰਮ੍ਰਿਤ ਵੇਲੇ ਉੱਠੋਗੇ। ਅਤੇ ਜੇ ਤੁਸੀਂ ਇਹ ਸੋਚਦੇ ਹੋ ਕਿ ਅੱਜ ਮੈਂ ਉੱਠ ਗਿਆ ਅਤੇ ਕੰਮ ਹੋ ਗਿਆ, ਬਸ ਖਤਮ, ਹੁਣ ਜੋ ਮਰਜ਼ੀ ਕਰੋ, ਕੁਛ ਦਿਨ ਬਾਅਦ ਤੁਸੀਂ ਫਿਰ ਜ਼ੀਰੋ ਹੋ ਜਾਓਗੇ। ਇਸ ਲਈ ਇਹ ਸੋਸ਼ਲ ਸਾਈਟਸ 'ਤੇ ਕਿਵੇਂ ਰਹਿਣਾ ਹੈ, ਇਹ ਬਹੁਤ ਜ਼ਰੂਰੀ ਹੈ। ਜੇ ਆਦਤ ਪੈ ਗਈ ਆ ਵਟਸਐਪ 'ਤੇ ਕਿਸੇ ਦੇ ਸਟੇਟਸ ਦੇਖਣ ਦੀ, ਬਸ ਉਹੀ ਦੇਖੀ ਜਾ ਰਹੇ ਹਾਂ, ਉੱਥੇ ਨਾ ਇੱਕ ਆਪਸ਼ਨ ਆ ਮਿਊਟ ਦਾ, ਕਰ ਦਿਓ ਮਿਊਟ। ਉਹਨਾਂ ਪਿਆਰਿਆਂ ਦਾ ਰੱਖੋ ਅਨਹਾਈਡ ਜਿਨ੍ਹਾਂ ਦਾ ਪਤਾ ਆ ਕਿ ਹਾਂ ਜੇ ਇਹਦਾ ਮੈਂ ਸਟੇਟਸ ਕਲਿੱਕ ਕੀਤਾ ਨਾ ਅਤੇ ਮੈਨੂੰ ਸਿਰਫ ਨਾਮ ਦੀ ਗੱਲ ਮਿਲਣੀ ਆ, ਉਹਦਾ ਸਦਾ ਹੀ ਓਪਨ ਰੱਖੋ। ਇਹ ਬੇਸਿਕ ਚੀਜ਼ਾਂ ਨੇ ਨਾਮ 'ਚ ਰਹਿਣ ਦੀਆਂ।
ਤੇ ਬੜਾ ਹੀ ਆਨੰਦ ਆਉਂਦਾ ਜੇ, ਬਹੁਤ ਆਨੰਦ ਆਉਂਦਾ। ਰੂਹ ਸਦਾ ਹੀ ਸ਼ਾਂਤ ਸਕੂਨ 'ਚ ਰਹਿੰਦੀ। ਸੋ ਇਸੇ ਤਰ੍ਹਾਂ ਫੇਸਬੁੱਕ ਆ। ਹੁਣ ਗੁਰੂ ਸਾਹਿਬ ਨੇ ਸਦਾ ਹੀ ਇਹ ਅੰਦਰ ਗੱਲ ਜਿਹੜੀ ਆ ਉਹ ਚਲਾਉਂਦੇ ਆ ਕਿ ਜੋ ਵੀ ਗੁਰੂ ਸਾਹਿਬ ਬੁਲਾਉਂਦੇ ਉਹ ਸਾਰਿਆਂ ਤੱਕ ਪਹੁੰਚੇ। ਇਸ ਲਈ ਫੇਸਬੁੱਕ 'ਤੇ ਵੀ ਜਿਹੜਾ ਵੀ ਪਿਆਰਾ ਰਿਕੁਐਸਟ ਭੇਜਦਾ ਉਹ ਐਕਸੈਪਟ ਕਰ ਲਈਦੀ ਆ। ਅਤੇ ਪਰ ਮੈਨੂੰ ਪਤਾ ਹੈ ਕਿ ਮੇਰੇ ਤੋਂ ਗੁਰੂ ਸਾਹਿਬ ਜੋ ਕਹਿਲਵਾਉਣਗੇ ਲਿਖਾਉਣਗੇ ਉਹਦੇ 'ਚ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਉਹ ਆਪ ਹੀ ਹੋਣਗੇ। ਪਰ ਹੁਣ ਕਿਸੇ ਦਾ ਨਹੀਂ ਪਤਾ ਹੈ ਨਾ ਕਿ ਉਹ ਕਿਸ ਤਰ੍ਹਾਂ ਦਾ। ਇਸ ਲਈ ਜਦੋਂ ਤੁਸੀਂ ਉਸ ਦੀ ਫਰੈਂਡ ਰਿਕੁਐਸਟ 'ਤੇ ਕਲਿੱਕ ਕਰੋਗੇ, ਜਾਂ ਫਰੈਂਡ ਰਿਕੁਐਸਟ 'ਤੇ ਨਹੀਂ, ਜਿੱਥੋਂ ਰਿਕੁਐਸਟ ਭੇਜੀ ਦੀ ਆ ਉਹਦੇ 'ਤੇ ਐਡ ਕਰਨ ਤੋਂ ਬਾਅਦ ਜਦੋਂ ਤੁਸੀਂ ਕਲਿੱਕ ਕਰੋਗੇ ਉੱਥੇ ਓਪਸ਼ਨ ਹੈ ਅਨਫੋਲੋ। ਅਤੇ ਲਗਭਗ ਸਾਰੇ ਅਨਫੋਲੋ ਹੀ ਕੀਤੇ ਨੇ। ਉਹਦਾ ਰੀਜ਼ਨ ਆ, ਜਦੋਂ ਇਹ ਰੂਹ ਦੇਖਦੀ ਹੈ ਕਿ ਹਾਂ ਇਹ ਗੁਰਮਤ 'ਚ ਨਹੀਂ ਆ, ਉਹਨੂੰ ਅਨਫੋਲੋ ਕਰ ਦਿਓ। ਫਿਰ ਕੀ ਹੋਊਗਾ, ਉਹ ਜੋ ਵੀ ਪਾਊਗਾ ਤੁਹਾਨੂੰ ਨਹੀਂ ਦਿਸਣਾ, ਪਰ ਤੁਸੀਂ ਜੋ ਪਾਓਗੇ ਅਗਲੇ ਨੂੰ ਦਿਸ ਜਾਣਾ। ਫਿਰ ਹੋਊਗਾ ਕਿ ਤੁਸੀਂ ਸੇਫ ਹੋ, ਤੁਸੀਂ ਸੇਫ ਹੋ। ਅਤੇ ਉਹ ਵੀ ਸੇਫ ਜੇ, ਕਿਉਂਕਿ ਗੁਰੂ ਸਾਹਿਬ ਨੇ ਤੁਹਾਡੇ 'ਤੇ ਤਾਂ ਕਿਰਪਾ ਕੀਤੀ ਆ। ਅਤੇ ਜੇ ਉਹ ਉਸੇ ਇਨਵਾਇਰਮੈਂਟ 'ਚ ਰਹੂਗਾ ਜਿੱਥੇ ਸਿਰਫ ਗੁਰੂ ਦੀ ਗੱਲ ਹੋ ਰਹੀ, ਤਾਂ ਉਹ ਵੀ ਤੁਹਾਡੀ ਵਧੀਆ ਸੰਗਤ ਬਣ ਸਕਦੀ ਕਿਸੇ ਦਿਨ। ਪਰ ਜੇ ਤੁਸੀਂ ਕਿਸੇ ਦਾ ਇਹੋ ਜਿਹਾ ਮਟੀਰੀਅਲ ਐਕਸੈਪਟ ਕਰ ਰਹੇ ਹੋ ਆਪਣੀ ਪਲੇਸ 'ਤੇ, ਜਿੱਥੇ ਤੁਸੀਂ ਗੁਰਮਤ ਨੂੰ ਫੈਲਾਉਣਾ ਹੈ, ਜਿੱਥੇ ਤੁਸੀਂ ਗੁਰਮਤ ਦਾ ਪ੍ਰਕਾਸ਼ ਕਰਨਾ ਹੈ, ਜਿੱਥੇ ਤੁਸੀਂ ਆਪਣੀ ਸੰਗਤ ਨੂੰ ਬਣਾਉਣਾ ਹੈ, ਜੇ ਤੁਸੀਂ ਕਿਸੇ ਨੂੰ ਅਲਾਓ ਕਰੋਗੇ ਇਹ ਸਭ ਪਾਉਣਾ ਆਪਣੀ ਨਿਊਜ਼ ਫੀਡ 'ਤੇ, ਤਾਂ ਫਿਰ ਤੁਸੀਂ ਵੀ ਉਸੇ ਢਾਂਚੇ 'ਚ ਢਲ ਜਾਓਗੇ। ਸੋ ਇਹ ਕਦੇ ਵੀ ਨਹੀਂ ਕਰਨਾ। ਇਹ ਬਹੁਤ ਹੀ ਬੇਸਿਕ ਚੀਜ਼ਾਂ ਨੇ। ਚਾਹੇ ਕੋਈ ਗੁੱਸਾ ਕਰੇ, ਗਿਲਾ ਕਰੇ ਕਿ ਤੁਸੀਂ ਸਾਡੇ 'ਤੇ ਕਮੈਂਟ ਨਹੀਂ ਕਰਦੇ, ਲਾਈਕ ਨਹੀਂ ਕਰਦੇ, ਤੁਸੀਂ ਉੱਥੇ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੋ। ਤੁਸੀਂ ਸਿਰਫ ਸੰਗਤ ਕਰਨੀ ਹੈ। ਕੋਈ ਤੁਹਾਨੂੰ ਲਾਈਕ ਕਰੇ ਨਾ ਕਰੇ, ਪੋਸਟ ਲਾਈਕ ਇਹ ਉਹ ਇਹਨਾਂ 'ਚ ਪੈਣ ਦੀ ਲੋੜ ਹੀ ਨਹੀਂ। ਹਾਂ, ਜੇ ਤੁਹਾਨੂੰ ਪਤਾ ਹੈ ਕਿ ਇਹ ਬੰਦਾ ਗੁਰਮਤ 'ਚ ਹੈ, ਇਹ ਜੋ ਵੀ ਪਾਊਗਾ ਨਾ, ਅਤੇ ਮੇਰੀ ਰੂਹ ਹੋਰ ਪ੍ਰੇਮ 'ਚ ਖਿੱਚੀ ਜਾਊਗੀ, ਵਾਹਿਗੁਰੂ ਪ੍ਰੇਮ 'ਚ, ਉਹਦੇ ਸੰਬੰਧ 'ਚ ਰਹੋ। ਅਤੇ ਤੁਹਾਨੂੰ ਜੋ ਲੱਗਦਾ ਕਿ ਹਾਂ ਕੋਈ ਪੋਸਟ ਤੁਹਾਡੇ ਹਿਰਦੇ ਨੂੰ ਵਧੀਆ ਲੱਗੀ, ਜ਼ਰੂਰ ਲਾਈਕ ਕਰੋ। ਦਿਲ ਕਰਦਾ ਹੈ ਤਾਂ ਕਮੈਂਟ ਵੀ ਕਰ ਦਿਓ। ਪਰ ਇਹ ਜਿਹੜੀਆਂ ਚੀਜ਼ਾਂ ਹੈ ਨਾ, ਕਿ ਇਹਦੇ ਨਾਲ ਫਿਰ ਇੱਕ ਚੀਜ਼ ਹੋਰ ਆ, ਤੁਸੀਂ ਇਸ ਸਭ ਤੋਂ ਪਾਸੇ ਹੋ ਜਾਓਗੇ। ਜਿੱਥੇ ਅੱਜ ਕੱਲ੍ਹ ਬਚਪਨਾ ਆ ਕਿ ਤੂੰ ਮੇਰੀ ਪੋਸਟ ਨਹੀਂ ਲਾਈਕ ਕੀਤੀ, ਜਾਂ ਮੈਂ ਵੀ ਨਹੀਂ ਤੇਰੀ ਕਰਨੀ। ਅਤੇ ਇਹ ਸਭ ਤੋਂ ਤੁਹਾਡਾ ਛੁਟਕਾਰਾ ਹੋ ਜੂ। ਫਿਰ ਇੱਕ ਗੱਲ ਹੋਰ ਆ, ਕਦੇ ਵੀ ਕੁਛ ਵੀ ਫਾਲਤੂ ਅਪਲੋਡ ਨਾ ਕਰੋ। ਜਿਹਦੇ 'ਚ ਗੁਰਮਤ ਆ, ਜਿਹਦੇ 'ਚ ਗੁਰੂ ਆ, ਸਿਰਫ ਉਹੀ ਅਪਲੋਡ ਕਰੋ। ਤੁਹਾਨੂੰ ਇਸ ਤੋਂ ਵੀ ਆਜ਼ਾਦੀ ਮਿਲ ਜੂਗੀ। ਛੋਟੀ ਛੋਟੀ ਗੱਲ ਨੂੰ ਤੁਸੀਂ ਅਗਰ ਪੋਸਟ ਕਰੀ ਜਾਓਗੇ, ਛੋਟੀ ਛੋਟੀ ਗੱਲ ਨੂੰ ਐਵੇਂ ਫਾਲਤੂ ਹੀ, ਆਪਣੀਆਂ ਐਕਟੀਵਿਟੀਜ਼, ਕਿਸੇ ਦੀਆਂ ਐਕਟੀਵਿਟੀਜ਼, ਉਹ ਸਭ ਤੁਹਾਨੂੰ ਕਦੇ ਵੀ ਗੁਰਮਤ ਨਹੀਂ ਦੇਣਗੀਆਂ। ਅਤੇ ਜੇ ਤੁਸੀਂ ਇਹ ਸਭ ਬੰਦ ਕਰ ਦਿਓ ਅਤੇ ਇੱਕ ਦਾਇਰਾ ਰੱਖ ਲਓ ਰਹਿਤ ਦਾ, ਇਹ ਰਹਿਤ ਹੀ ਆ, ਅਤੇ ਤੁਸੀਂ ਬਹੁਤ ਹੱਦ ਤੱਕ ਸੌਖੇ ਹੋ ਜਾਣਾ, ਬਹੁਤ ਹੱਦ ਤੱਕ। ਕਿੰਨਾ ਕੁਛ ਹੈ ਐਸਾ ਜਿਹੜਾ ਤੁਹਾਡੇ ਤੋਂ ਦੂਰ ਹੋ ਜਾਣਾ, ਇਹ ਕੂੜ।
ਸੋ ਹਮੇਸ਼ਾ ਹੀ ਸੋਸ਼ਲ ਸਾਈਟਸ 'ਤੇ ਇੱਦਾਂ ਰਹਿਣਾ, ਇੱਦਾਂ ਵਿਚਰਨਾ। ਬਾਕੀ ਸਦਾ ਹੀ ਜਪਦੇ ਰਹਿਣਾ। ਇਹ ਨਹੀਂ ਸੋਚਣਾ ਕਿ ਮੈਨੂੰ ਫ੍ਰੀ ਟਾਈਮ ਮਿਲੂਗਾ ਫੇਰ ਹੀ ਮੈਂ ਨਾਮ ਜਪਣਾ ਆ। ਕੁਛ ਵੀ ਕਰ ਰਹੇ ਹੋ, ਕਿਸੇ ਨਾਲ ਚੈਟ ਵੀ ਕਰ ਰਹੇ ਹੋ, ਕੁਛ ਵੀ ਆ, ਵਾਹਿਗੁਰੂ ਵਾਹਿਗੁਰੂ ਸਦਾ ਹੀ ਜਪਦੇ ਰਹੋ। ਜੇ ਤੁਸੀਂ ਤੁਹਾਡੇ ਅੰਦਰ ਨਾਮ ਚੱਲ ਰਿਹਾ, ਵਾਹਿਗੁਰੂ ਵਾਹਿਗੁਰੂ ਜਪ ਰਹੇ ਹੋ, ਗੁਰਮੰਤਰ ਚੱਲ ਰਿਹਾ ਆ, ਅਤੇ ਇੱਕ ਪਾਸੇ ਗੁਰਮੰਤਰ ਚੱਲ ਰਿਹਾ, ਦੂਸਰੇ ਪਾਸੇ ਕੋਈ ਐਸੀ ਬਿਰਤੀ ਆ ਜਿਹੜੀ ਤੁਹਾਡੇ ਨਾਲ ਗੱਲ ਕਰ ਰਹੀ ਆ, ਅਤੇ ਤੁਹਾਡਾ ਦਿਲੋਂ ਹੀ ਦਿਲ ਕਰਨਾ ਹੀ ਨਹੀਂ ਉਹਦੇ ਨਾਲ ਕੁਛ ਗਲਤ ਗੱਲ ਕਰਨ ਦਾ। ਅਤੇ ਜਦੋਂ ਤੁਸੀਂ ਇਹ ਸਭ ਸ਼ੁਰੂ ਕਰੋਗੇ ਨਾ, ਤਾਂ ਇੱਕ ਔਰਾ ਬਣਦਾ ਜਾਊਗਾ ਤੁਹਾਡੇ ਆਸ-ਪਾਸ, ਕਿਉਂਕਿ ਗਲਤ ਤੁਸੀਂ ਕੁਛ ਦੇਖਣਾ ਨਹੀਂ, ਗਲਤ ਤੁਸੀਂ ਕੁਛ ਸੁਣਨਾ ਨਹੀਂ, ਗਲਤ ਤੁਸੀਂ ਕੁਛ ਬੋਲਣਾ ਨਹੀਂ। ਜਦੋਂ ਉੱਪਰੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਅਤੇ ਤੁਸੀਂ ਆਪਣੇ ਆਪ 'ਚ ਹੀ ਇੱਕ ਐਸੀ ਸੰਗਤ ਬਣ ਜਾਣਾ ਜਿਹੜੀ ਫਿਰ ਦੂਸਰੇ ਵੀ ਲੋਚਣਗੇ। ਗੁਰੂ ਹਰ ਪਲ ਤੁਹਾਡੇ ਅੰਗ ਸੰਗ ਰਹੂਗਾ। ਫਿਰ ਕਿਤੇ ਵੀ ਜਾਓਗੇ, ਭਾਵੇਂ ਇਕੱਲੇ ਹੋ, ਤਾਂ ਵੀ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਐਸੀ ਸੰਗਤ ਬਣ ਜਾਣਾ ਜਿਹੜੀ ਨਾਮ 'ਚ ਰੰਗੀ ਆ, ਜਿਹੜੀ ਬਿਲਕੁਲ ਪਾਕ ਆ, ਜਿਹੜੀ ਹਰ ਵੇਲੇ ਜਪਦੀ ਆ। ਸੋ ਇਸੇ ਲਈ ਇਹ ਸਭ ਬਹੁਤ ਜ਼ਰੂਰੀ ਆ। ਬਾਕੀ ਫਿਰ ਸਹੀ, ਹੋਰ ਕੁਛ ਤਾਂ ਹੁਣ ਯਾਦ ਨਹੀਂ ਆ ਰਿਹਾ, ਪਰ ਜੇ ਕੁਛ ਹੋਇਆ ਤਾਂ ਤੁਸੀਂ ਜ਼ਰੂਰ ਦੱਸ ਦੇਣਾ ਕਮੈਂਟ ਬਾਕਸ ਦੇ ਵਿੱਚ। ਜੇ ਕੁਛ ਛੁੱਟ ਗਿਆ ਆ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਉਸ ਨੂੰ ਗੁਰਮਤਿ ਦੇ ਵਿੱਚ ਆਨਸਰ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਚੀਜ਼ ਰਹਿ ਗਈ ਸੀ, ਅਤੇ ਇਹਦੇ ਵਿੱਚ ਨਾ, ਜੇ ਤੁਹਾਨੂੰ ਲੱਗ ਰਿਹਾ ਕੋਈ ਐਸੀ ਸੰਗਤ ਆ ਤੁਹਾਡੇ ਨਾਲ ਜਿਹਦੇ ਨਾਲ ਤੁਸੀਂ ਰੋਜ਼ ਗੱਲ ਕਰਦੇ ਹੋ, ਅਤੇ ਹਰ ਰੋਜ਼ ਹੀ ਗੱਲ ਤਾਂ ਹੋ ਰਹੀ ਆ, ਸ਼ੁਰੂਆਤ ਗੁਰਮਤਿ ਤੋਂ ਹੋਈ, ਪਰ ਫਿਰ ਵਿੱਚ ਹਾਸੇ ਖੇਡੇ, ਰੋਜ਼ ਫਾਲਤੂ ਗੱਲਾਂ, ਹਾਂਜੀ ਹੁਣ ਮੈਂ ਚਲੇ ਗਿਆ, ਆ ਗਈ, ਚਲੀ ਗਈ, ਬੈਠ ਗਈ, ਬਸ ਇਹੀ ਸਭ ਹੋ ਰਿਹਾ। ਫਿਰ ਬਾਣੀ ਪੜ੍ਹਨ ਨੂੰ ਤਾਂ ਦਿਲ ਨਹੀਂ ਕਰਨਾ, ਦਿਲ ਇਹ ਕਰਨਾ ਕਿ ਗੱਲਾਂ ਹੀ ਕਰਦੇ ਰਹੀਏ। ਫਿਰ ਮਨ ਨੇ ਪਤਾ ਕੀ ਕਹਿਣਾ, ਮਨ ਨੂੰ ਇੰਨੀ ਸਮਝ ਨਹੀਂ ਹੋਣੀ ਕਿ ਹੁਣ ਮੇਰਾ ਬਾਣੀ ਵੱਲੋਂ ਘਟ ਰਿਹਾ ਆ ਇੰਟਰਸਟ। ਫਿਰ ਮਨ ਨੇ ਕੀ ਕਰਨਾ, ਚਲੋ ਅਸੀਂ ਫੋਨ ਲਾ ਲੈਂਦੇ ਹਾਂ ਇੱਕ ਦੂਜੇ ਨੂੰ, ਅਤੇ ਬਾਣੀ ਪੜ੍ਹ ਲੈਂਦੇ ਹਾਂ। ਅੱਛਾ ਰਹਿ ਰਸ ਵੇਲਾ ਆ, ਚਲੋ ਰਹਿ ਰਸ ਇਕੱਠੇ ਕਰ ਲੈਂਦੇ ਹਾਂ। ਪਰ ਮਨ ਨੂੰ ਇਹ ਨਹੀਂ ਪਤਾ ਕਿ ਭਾਵੇਂ ਪਾਠ ਕਰ ਰਹੇ ਹੋ, ਪਰ ਅੰਦਰ ਜਿਹੜੀ ਨੀਂਹ ਆ ਉਹ ਮਾਇਆ ਦੀ ਆ। ਇਹ ਮਾਇਆ ਐਡੀ ਬਲਵਾਨ ਆ ਨਾ, ਛੋਟੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਨੀਸ਼ੀਅਲ ਸਟੇਜ 'ਤੇ ਸਮਝ ਵੀ ਨਹੀਂ ਆਉਣੀਆਂ, ਤੁਹਾਨੂੰ ਲੱਗਣਾ ਇਹ ਗੁਰਮਤਿ ਆ, ਪਰ ਉਹ ਗੁਰਮਤਿ ਹੋਣੀ ਨਹੀਂ। ਉਹਦਾ ਜਿਹੜਾ ਤੱਤ ਆ ਨਾ ਅੰਦਰ, ਉਹ ਗੁਰਮਤਿ ਵਾਲਾ ਲੱਭਣਾ ਨਹੀਂ ਤੁਹਾਨੂੰ। ਫਿਰ ਤੁਸੀਂ ਕਹਿਣਾ ਇਕੱਠੇ ਪਾਠ ਕਰ ਲੈਂਦੇ ਹਾਂ, ਰੱਬ ਦੀ ਗੱਲ ਹੀ ਆ। ਜੇ ਕੋਈ ਤੁਹਾਨੂੰ ਰੋਕੂਗਾ, ਤੁਸੀਂ ਕਹਿਣਾ ਅਸੀਂ ਤਾਂ ਰੱਬ ਦੀ ਗੱਲ ਕਰਦੇ ਹਾਂ, ਅਸੀਂ ਤਾਂ ਪਾਠ ਕਰਦੇ ਹਾਂ। ਹੌਲੀ ਹੌਲੀ ਕੀ ਹੋਣਾ, ਤੁਸੀਂ ਇਹਦੇ ਤੋਂ ਵੀ ਜਾਣਾ, ਫਿਰ ਉਹ ਵੀ ਬੰਦ ਹੋ ਜਾਣਾ। ਕਦੀ ਵੀ ਇਹ ਆਪਣਾ ਰੂਲ ਬਣਾ ਲਓ, ਸੰਗਤ ਕਰਨੀ ਆ ਤਾਂ
ਬਾਣੀ ਦੀ ਕਰਨੀ ਆ। ਜਦੋਂ ਤੱਕ ਤੁਹਾਡੇ ਕੋਲ ਫਿਜ਼ੀਕਲੀ ਕੁਛ ਐਸੀਆਂ ਰੂਹਾਂ ਨਹੀਂ ਆ ਜਿਹੜੀਆਂ ਬਹੁਤ ਹੀ ਸੱਚੀਆਂ ਗੁਰਮਤਿ 'ਚ ਆ, ਜਿਨ੍ਹਾਂ 'ਤੇ ਪੂਰਨ ਵਿਸ਼ਵਾਸ ਆ, ਜੇ ਉਹ ਮਿਲ ਜਾਣ ਤਾਂ ਬਹੁਤ ਵਧੀਆ ਗੱਲ ਆ। ਜੇ ਨਹੀਂ ਆ ਕੋਈ, ਫਿਰ ਤੁਹਾਡੀ ਸੰਗਤ ਗੁਰਬਾਣੀ ਆ। ਗੁਰੂ ਤੋਂ ਵੱਡੀ ਕੋਈ ਸੰਗਤ ਨਹੀਂ। ਗੁਰਬਾਣੀ ਦੀ ਸੰਗਤ ਕਰੋ, ਨਿਤਨੇਮ ਦੀ ਸੰਗਤ ਕਰੋ, ਸਹਿਜ ਪਾਠ ਦੀ ਸੰਗਤ ਕਰੋ, ਅੰਮ੍ਰਿਤ ਵੇਲੇ ਦੀ ਸੰਗਤ ਕਰੋ। ਹਰ ਪਲ ਜਦੋਂ ਰੂਹ ਵਾਹਿਗੁਰੂ ਵਾਹਿਗੁਰੂ ਜਪੂਗੀ ਨਾ, ਉਸ ਤੋਂ ਵੱਡੀ ਸੰਗਤ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ। ਸਤਿਗੁਰੂ ਤੇ ਖਾਲੀ ਕੋ ਨਹੀਂ। ਸਤਿਗੁਰੂ ਅੰਦਰ ਆਪ ਵਰਤੂਗਾ, ਆਪੇ ਹੀ ਬੇਨਤੀਆਂ ਨਿਕਲਣਗੀਆਂ। ਤੇ ਸੋਸ਼ਲ ਸਾਈਟਸ 'ਤੇ ਉਹਨਾਂ ਪਿਆਰਿਆਂ ਨੂੰ ਜ਼ਰੂਰ ਨਾਲ ਰੱਖੋ ਜਿਹੜੇ ਸਿਰਫ ਗੁਰਮਤਿ ਦੀ ਗੱਲ ਕਰਦੇ ਆ। ਇਹ ਪਲੱਸ ਪੁਆਇੰਟ ਹੋਊਗਾ। ਪਰ ਤੁਸੀਂ ਆਪਣੀ ਸੰਗਤ ਆਪ ਪ੍ਰਗਟ ਕਰਨੀ ਆ, ਅਤੇ ਉਹ ਪ੍ਰਗਟ ਤੁਹਾਡੇ ਰਾਹੀਂ ਹੀ ਹੋਣੀ ਆ। ਕੋਈ ਹੋਰ ਨਹੀਂ ਕਰ ਸਕਦਾ, ਤੁਸੀਂ ਖੁਦ ਕਰ ਸਕਦੇ ਹੋ। ਇਹ ਜਿਹੜਾ ਚਾਓ ਆ, ਇਹ ਚਾਓ ਕਿੱਦਾਂ ਪੈਦਾ ਹੁੰਦਾ? ਇਸੇ ਤਰ੍ਹਾਂ ਆਪਣੇ ਆਸ-ਪਾਸ ਉਹਨਾਂ ਪਿਆਰਿਆਂ ਨੂੰ ਰੱਖੋ ਜਿਹੜੇ ਪਿਆਰੇ ਨੇ, ਅਤੇ ਉਸ ਵਾਹਿਗੁਰੂ ਨੂੰ ਪੁਕਾਰ ਕਰੋ। ਹਰ ਵੇਲੇ ਗੁਰੂ ਦਾ ਹੁਕਮ ਮੰਨੋ, ਹਰ ਵੇਲੇ ਸਿਮਰਨ 'ਚ ਰਹੋ। ਆਪਣੇ ਆਪ ਪਤਾ ਹੀ ਨਹੀਂ ਲੱਗਣਾ ਕਦੋਂ ਇਹ ਰੂਹ ਚਾਓ ਨੂੰ ਫੀਲ ਕਰਨ ਲੱਗ ਜਾਣੀ। ਫਿਰ ਨਿੱਤ ਅਰਦਾਸਾਂ ਕਰੂਗੀ, ਹਮਰੇ ਮਨ ਚਿਤ ਹਰ ਆਸ ਨਿਤ, ਕਿਉਂ ਦੇਖਾਂ ਹਰ ਦਰਸ ਤੁਮਾਰਾ, ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿਤ ਹਰ ਬਹੁਤ ਪਿਆਰਾ, ਹਉ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਫਿਰ ਉਸ ਗੁਰੂ ਦਾ ਸ਼ੁਕਰਾਨਾ ਕਰੂਗੀ ਜਿਹਨੇ ਮੈਨੂੰ ਇਸ ਰਾਹ 'ਤੇ ਤੋਰਿਆ। ਉਸ ਸੰਗਤ ਦੇ ਸ਼ੁਕਰਾਨੇ ਕਰੂਗੀ ਜਿਹਨੇ ਉਹਨੂੰ ਇਸ ਰਾਹ 'ਤੇ ਤੋਰਿਆ। ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦੁਆਰ, ਮਤ ਨਿਰਗੁਣ ਹਮ ਮੇਲੇ ਕਬਹੂ, ਆਪਣੀ ਕਿਰਪਾ ਧਾਰ। ਬੇਨਤੀਆਂ 'ਚ ਉਤਰੂਗੀ, ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੈ, ਤੂੰ ਗੁਣਵੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲੈ ਹਰ ਭਾਵੈ, ਹਮ ਅਪਰਾਧੀ ਰਾਖੈ ਗੁਰ ਸੰਗਤੀ, ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ अपराधी अवर कोई राखै, जैसे हम सतगुर राख लिए छड़ाए, तू गुर पिता तुहें गुर माता, तू गुर बंदप मेरा सखा सखाए, जो हमरी विद होती मेरे सतगुरा, सा विद तुम हर जानो आपे, हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिले चूके सब सोग संतापे। धन धन गुरु नानक जन केरा, कह रहे जिन्हों का गुरु नानक है ना, उन्होंने मिल के फिर जित मिले चूके सब सोग संतापे। ते की गुरु नानक हुण नहीं आ? हैगा जी। अपने आप नूं उहो जिहा बना लीए जिथे असी सदा ही गुरु नानक कोल रह सकीए। तुहानूं पता गुरु नानक ने किसी नूं नहीं तारिया। बड़ी अजीब गल तुसीं सुन रहे हो, गुरु नानक ने किसी नूं नहीं तारिया। ये कोई इदां नहीं सीगा कि किसी दे सिर ते हथ रखता ते उन्होंने तार लिया। गुरु वो भी कर सकदा, पर ना उन्हें जो वरतारा चलाया ना, वो संगत रूपी वरतारा सीगा। ਜਿਹਦੇ ਤੇ ਉਹਨੇ ਕਿਰਪਾ ਕਰਨੀ ਸੀ ਨਾ, ਉਹਨੇ ਆਪਣੇ ਨਾਲ ਰੱਖ ਲਿਆ। ਉਹਨੂੰ ਕਿਹਾ ਆ ਜਾ ਬਹਿ ਜਾ, ਸਿਰਫ ਆਪਣੇ ਕੋਲ ਰੱਖਿਆ ਉਹਨੂੰ, ਤੇ ਉਹ ਇੰਨੇ ਜੋਗਾ ਹੋ ਗਿਆ ਕਿ ਹਰ ਪਲ ਸਿਮਰਨ 'ਚ ਰਹਿਣ ਲੱਗ ਗਿਆ। ਚਾਹੇ ਕੋਈ ਵੀ ਹੋਵੇ, ਕੋਈ ਵੀ ਹੋਵੇ, ਜਿਹੜਾ ਗੁਰੂ ਨਾਨਕ ਦੇ ਨਾਲ ਰਿਹਾ ਨਾ, ਉਹ ਬਸ ਉਹਦੇ ਵਰਗਾ ਹੀ ਹੋ ਗਿਆ।
ਅਸੀਂ ਗੁਰੂ ਨਾਨਕ ਦੇ ਨਾਲ ਰਹਿਣਾ ਹੈ, ਉਹਦੀ ਬਾਣੀ ਦੇ ਨਾਲ ਰਹਿਣਾ ਹੈ। ਆਪਣੇ ਆਪ ਦਿਨ ਬ ਦਿਨ ਤੁਸੀਂ ਦੇਖਦੇ ਜਾਓਗੇ ਅੰਦਰ ਕੀ ਵਰਤ ਰਿਹਾ, ਅਤੇ ਉਸ ਵਰਤ ਰਹੇ ਹੋਏ ਨੂੰ ਦੇਖ ਕੇ ਵਿਸਮਾਦ ਹੋਵੋਗੇ, ਸ਼ੁਕਰਾਨੇ ਕਰੋਗੇ। ਬਸ ਆ ਕੂੜ 'ਚ ਰਹਿਣਾ ਛੱਡ ਦਿਓ, ਟੂ ਦਾ ਪੁਆਇੰਟ ਗੱਲ ਕਰਿਆ ਕਰੋ, ਲਿਮਿਟ 'ਚ ਗੱਲ ਕਰਿਆ ਕਰੋ, ਗੁਰਮਤਿ 'ਚ ਰਿਹਾ ਕਰੋ। ਜਿਨ੍ਹਾਂ ਪਿਆਰਿਆਂ ਤੋਂ ਤੁਹਾਨੂੰ ਲੱਗਦਾ ਹੈ ਕਿ ਇਹ ਮੇਰੇ ਤੋਂ ਆਤਮਿਕ ਤੌਰ 'ਤੇ ਵੱਡੇ ਨੇ, ਬਸ ਸੁਣਿਆ ਕਰੋ, ਉਹਨਾਂ ਨੂੰ ਸੁਣਿਆ ਕਰੋ। ਜਿਵੇਂ ਜੇ ਮੈਨੂੰ ਲੱਗਦਾ ਨਾ ਕਿ ਮੈਂ ਕਿਸੇ ਪਿਆਰੇ ਨਾਲ ਗੱਲ ਕਰਨੀ ਆ, ਮੈਨੂੰ ਸਭ ਤੋਂ ਸੌਖਾ ਤਰੀਕਾ ਇਹ ਲੱਗਦਾ, ਭਾਵੇਂ ਮੈਨੂੰ ਕੋਈ ਤੁਕ ਪਤਾ ਵੀ ਹੈ, ਉਹਦੇ ਅਰਥ ਪਤਾ ਵੀ ਨੇ, ਮੈਂ ਕੀ ਕਰਨਾ, ਭੇਜ ਦੇਣੀ ਕਿ ਪਿਆਰੇ ਇਹਦੇ ਅਰਥ ਦੱਸ ਦਿਓ। ਉੱਥੇ ਆਪਣੀ ਮੱਤ ਨਹੀਂ ਲਾਉਣੀ ਕਿ ਹਾਂ ਮੈਨੂੰ ਪਤਾ ਆ, ਕੁਛ ਨਹੀਂ ਪਤਾ ਆ। ਜਦੋਂ ਉਸ ਪਿਆਰੇ ਨੇ ਬੋਲਣਾ ਹੈ ਨਾ, ਨਾਮ ਦੇ ਰੰਗ 'ਚ ਬੋਲਣਾ, ਤੁਹਾਨੂੰ ਆਪਣੇ ਆਪ ਸਭ ਕੁਛ ਮਿਲ ਜਾਣਾ। ਜਿਵੇਂ ਉਹ ਕੁਛ ਨਾ ਤੁਹਾਨੂੰ ਕਿਸੇ ਕਥਾ 'ਚੋਂ ਵੀ ਨਹੀਂ ਮਿਲਣਾ। ਤੇ ਪਿਆਰਿਓ, ਮਾਫ ਕਰਿਓ, ਉਹ ਕਿਤੇ ਵੀ ਨਹੀਂ ਜੇ ਮਿਲਣਾ। ਬਾਣੀ ਪੜ੍ਹਿਆ ਵੀ ਤੁਹਾਨੂੰ ਨਹੀਂ ਜੇ ਮਿਲਣਾ, ਪਰ ਜਦੋਂ ਇਸ ਬਾਣੀ ਦੀ ਵਿਚਾਰ ਕਿਸੇ ਨਾਮ ਵਾਲੀ ਰੰਗੀ ਰੂਹ ਨਾਲ ਕਰੋਗੇ ਨਾ, ਫਿਰ ਮਿਲ ਜਾਣਾ। ਇਹਨਾਂ ਹੀਰਿਆਂ ਨੂੰ ਖੋਜੀਏ, ਤੇ ਜਿਹੜੇ ਹੀਰੇ ਨਹੀਂ ਨੇ, ਇੱਕ ਨਾ ਬਹੁਤ ਕੋਈ ਐਸੀ ਜਗ੍ਹਾ ਹੋਵੇ ਜਿੱਥੇ ਹੀਰੇ ਵੀ ਪਏ ਹੋਣ, ਜਿੱਥੇ ਕੁਛ ਗੰਦ ਵੀ ਪਿਆ ਹੋਵੇ, ਤੇ ਜਿਹੜਾ ਗੁਰਸਿੱਖ ਹੈ ਨਾ, ਉਹਨੇ ਕੀ ਕਰਨਾ, ਜਿਹਦੇ 'ਚ ਗੁਰਮਤਿ ਆ, ਉਹਨੇ ਪੱਥਰ ਚੁੱਕੀ ਜਾਣੇ ਆ, ਸਾਈਡਾਂ 'ਤੇ ਕਰੀ ਜਾਣੇ ਆ, ਗੰਦ ਵੀ ਫਰੋਲੀ ਜਾਣਾ ਆ ਕਿ ਉਹਨੂੰ ਹੀਰੇ ਲੱਭ ਜਾਣ। ਤੇ ਹੀਰੇ ਚੁੱਕ ਕੇ ਉਹਨੇ ਚੁਗੀ ਜਾਣੇ, ਪਰ ਗੰਦ ਨੂੰ ਕਹਿਣਾ ਕੁਛ ਨਹੀਂ। ਉਹਨੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਗੰਦ ਨੂੰ ਗੰਦ ਕਹਿਣ 'ਚ। ਉਹਨੇ ਹੀਰੇ ਚੁੱਕ ਲੈਣੇ ਬਸ, ਤੇ ਗਾਂਹ ਤੁਰ ਪੈਣਾ। ਉਹੀ ਚੀਜ਼ ਅਸੀਂ ਵੀ ਕਰਨੀ ਆ। ਜਿਹਦੇ 'ਚ ਗੁਰਮਤਿ ਨਹੀਂ ਦਿਖੀ, ਉਹਦੇ ਤੋਂ ਸਾਈਡ 'ਤੇ ਹੋ ਜਾਓ। ਜਿਹਦੇ 'ਚ ਦਿਖੀ ਆ, ਉਹਦੇ ਨਾਲ ਸੰਪਰਕ 'ਚ ਰਹਿ ਲਓ, ਪਾਕ ਪਵਿੱਤਰ ਰਿਸ਼ਤਾ ਰੱਖੋ, ਗੁਰਮਤਿ ਦੇ ਧਾਰਨੀ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।